ਰੋਜ਼ਾਨਾ ਲੋਕ ਨਾਲ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਰਿਜ਼ਲਟ ਆਉਣ ਤੋਂ ਪਹਿਲਾਂ ਕਾਂਗਰਸ ਨੂੰ ਆਪਣੇ ਵਿਧਾਇਕਾਂ ਦੀ ਚਿੰਤਾ ਜਿਹੜੀ ਹੈ ਉਹ ਸਤਾਉਣ ਲੱਗੀ ਹੈ। ਉਹਨਾਂ ਨੂੰ ਲੱਗ ਰਿਹਾ ਹੈ ਕਿ ਸਾਡੇ ਵਿਧਾਇਕ ਭਾਜਪਾ ਦੇ ਵੱਲੋਂ ਪੱਟੇ ਜਾ ਰਹੇ ਨੇ ਤੇ ਕਿਹੜੇ-ਕਿਹੜੇ ਵਿਧਾਇਕ ਭਾਜਪਾ ਦੇ ਟੱਚ ਦੇ ਵਿੱਚ ਨੇ ਤੇ ਕਿਹਨਾਂ ਦੀ ਬਾਹ ਮਰੋੜ ਕੇ ਲਿਆਂਦੀ ਜਾ ਰਹੀ ਹੈ ਭਾਜਪਾ ਦੇ ਅੰਦਰ ਕਾਂਗਰਸ ਦੇ ਵਿਧਾਇਕ ਜਿੱਤਣ ਤੋਂ ਬਾਅਦ। ਉਸ ਤੇ ਗੱਲਬਾਤ ਕਰਾਂਗੇ ਤੇ ਕਿੱਥੇ ਲੁਕਾਉਣ ਦੀ ਗੱਲ ਕੀਤੀ ਜਾ ਰਹੀ ਹੈ ਇਹਨਾਂ ਵਿਧਾਇਕਾਂ ਨੂੰ ਕਾਂਗਰਸ ਦੇ ਵੱਲੋਂ, ਉਹ ਵੀ ਗੱਲਬਾਤ ਕਰਾਂਗੇ। ਕਿਸ ਤਰੀਕੇ ਦੇ ਨਾਲ ਬਚਾਇਆ ਜਾ ਸਕੇਗਾ ਜਾਂ ਫਿਰ ਵੀ ਭਾਜਪਾ ਜਿਹੜੀ ਹੈ ਇਹਨਾਂ ਦੇ ਵਿਧਾਇਕਾਂ ਨੂੰ ਪੱਟਣ ਦੇ ਵਿੱਚ ਕਾਮਯਾਬ ਹੋ ਜਾਊਗੀ। ਕਿਹੜੇ-ਕਿਹੜੇ ਵਿਧਾਇਕ ਭਾਜਪਾ ਦੇ ਟੱਚ ਦੇ ਵਿੱਚ ਨੇ ਕਾਂਗਰਸ ਦੇ, ਤਾਂ ਉਹਨਾਂ ਤੇ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਰਾਜ ਸਭਾ ਮੈਂਬਰੀਆਂ ਨੂੰ ਲੈ ਕੇ ਵੀ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਖਿੱਚੋਤਾਣ ਜਾਰੀ ਹੈ। ਕੀ ਮਾਮਲਾ ਹੈ ਉਸ ਤੇ ਗੱਲਬਾਤ ਕਰਾਂਗੇ। ਤਾਂ ਉੱਥੇ ਹੀ ਗੱਲਬਾਤ ਕਰਾਂਗੇ ਕਿ ਰਾਮ ਰਹੀਮ ਕੱਲ ਜੇਲ੍ਹ ਦੇ ਵਿੱਚ ਵਾਪਸ ਮੁੜ ਗਿਆ ਹੈ। ਉਹਦੀ 21 ਦਿਨ ਦੀ ਫਰਲੋ ਜਿਹੜੀ ਉਹ ਖਤਮ ਹੋ ਚੁੱਕੀ ਹੈ, ਪਰ ਉਹਦੇ ਜਿਹੜੇ ਸੇਵਕ ਸੀ, ਉਹਦੇ ਜਿਹੜੇ ਪ੍ਰੇਮੀ ਸੀ, ਉਹਨੂੰ ਉਡੀਕਦੇ ਰਹੇ, ਉਹ ਮਿਲਿਆ ਨਹੀਂ। ਆਖਿਰ ਰਾਮ ਰਹੀਮ ਰਿਹਾ ਕਿੱਥੇ, ਉਸ ਤੇ ਗੱਲਬਾਤ ਕਰਾਂਗੇ। ਤਾਂ ਉਧਰ ਜੇਲ੍ਹ ਦੇ ਵਿੱਚ ਮੁਲਾਕਾਤਾਂ ਵਿਕਰਮ ਮਜੀਠੀਆ ਦੀਆਂ ਹੋਈਆਂ ਨੇ, ਕਿਹਦੇ ਨਾਲ ਹੋਈਆਂ ਨੇ, ਕੀ ਕੁਝ ਗੱਲਾਂ ਬਾਤਾਂ ਹੋਈਆਂ, ਉਹਨਾਂ ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਦੇ ਲਈ ਮੇਰੇ ਨਾਲ ਮੌਜੂਦ ਨੇ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਆਪਾਂ ਗੱਲਬਾਤ ਜਿਹੜੀ ਹੈ ਕਾਂਗਰਸ ਦੇ ਵਿਧਾਇਕਾਂ ਨੂੰ ਲੈ ਕੇ ਕਰੀਏ। ਕਾਂਗਰਸ ਦੇ ਕੁਝ ਵੱਡੇ ਆਗੂਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਕਾਂਗਰਸ ਦੇ ਵਿਧਾਇਕ ਜਿੱਤ ਜਾਣਗੇ ਨਤੀਜਿਆਂ ਤੋਂ ਬਾਅਦ, ਉਹਨਾਂ ਨੂੰ ਜਿਹੜਾ ਹੈਗਾ ਰਾਜਸਥਾਨ ਦੇ ਵਿੱਚ ਲਿਜਾਇਆ ਜਾਊਗਾ, ਸਾਰਿਆਂ ਨੂੰ ਇਕੱਠੇ ਕਰਕੇ ਰਾਜਸਥਾਨ ਦੇ ਵਿੱਚ ਰੱਖਿਆ ਜਾਊਗਾ। ਇਹ ਕੀ ਲੱਗ ਰਿਹਾ, ਕਿਉਂ ਕਾਂਗਰਸ ਨੂੰ ਜਿਹੜੀ ਇਹ ਚਿੰਤਾ ਸਤਾ ਰਹੀ ਹੈ ਕਿ ਭਾਈ ਸਾਡੇ ਵਿਧਾਇਕ ਜਿਹੜੇ ਆ ਭਾਜਪਾ ਦੇ ਵੱਲੋਂ ਪੱਟੇ ਜਾ ਰਹੇ ਨੇ, ਤੇ ਕੀ ਇਸ ਤਰੀਕੇ ਦੇ ਨਾਲ ਵਿਧਾਇਕ ਰਾਜਸਥਾਨ ਦੇ ਵਿੱਚ ਰੱਖਣ ਦੇ ਨਾਲ ਰੋਕੇ ਜਾ ਸਕਦੇ ਆ? ਜੀ ਸੁਖਵਿੰਦਰ ਜੀ, ਦੇਖੋ, ਜਦੋਂ ਆਪਾਂ ਕਾਂਗਰਸ ਦੇ ਉੱਤੇ ਨਜ਼ਰ ਮਾਰਦੇ ਹਾਂ, ਖਾਸ ਤੌਰ ਤੇ ਜਿਹੜੀ ਪੰਜਾਬ ਦੀ ਕਾਂਗਰਸ ਹੈ, ਉਹਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਲਗਭਗ ਸਾਲ ਡੇਢ ਸਾਲ ਹੋ ਚੁੱਕਿਆ ਕਿ ਖਿਲਾਰਾ ਲਗਾਤਾਰ ਪਿਆ। ਪਹਿਲਾਂ ਹੌਲੀ ਹੌਲੀ ਤੁਸੀਂ ਦੇਖੋਗੇ ਕਿ ਨਵਜੋਤ ਸਿੰਘ ਸਿੱਧੂ ਹੋ ਰਹੇ, ਉਹਨਾਂ ਨੇ ਬਗਾਵਤ ਸ਼ੁਰੂ ਕੀਤੀ, ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਆਵਾਜ਼ਾਂ ਉਠਾਉਣੀਆਂ ਸ਼ੁਰੂ ਕੀਤੀਆਂ। ਉਸ ਤੋਂ ਬਾਅਦ ਉਹਨਾਂ ਦੇ ਨਾਲ ਕਈ ਹੋਰ ਵਿਧਾਇਕ ਆਏ ਤੇ ਇਹ ਕਾਫਲਾ ਜਿਹੜਾ ਸੀਗਾ ਉਹਨਾਂ ਦਾ ਵੱਧਦਾ ਗਿਆ। ਪਰ ਇਸੇ ਦੌਰਾਨ ਹੀ ਤੁਸੀਂ ਦੇਖੋਗੇ ਕਿ ਆਪਾਂ ਜਿਸ ਗੱਲ ਦੀ ਬਾਰ-ਬਾਰ ਇਹ ਆਪਾਂ ਜ਼ਿਕਰ ਕਰਦੇ ਰਹੇ ਹਾਂ ਕਿ ਕਾਂਗਰਸ ਦੇ ਵਿੱਚ ਇੱਕ ਗਰੁੱਪ ਨਹੀਂ ਹੈ, ਕਾਂਗਰਸ ਦੇ ਵਿੱਚ ਲਗਭਗ 7-8 ਗਰੁੱਪ ਜਿਹੜੇ ਨੇ ਉਹ ਲਗਾਤਾਰ ਕਾਰਜਸ਼ੀਲ ਰਹੇ ਨੇ ਔਰ ਲਗਾਤਾਰ ਆਪਣਾ ਪ੍ਰਭਾਵ ਜਮਾਉਣ ਦੀ ਕੋਸ਼ਿਸ਼ ਕਰਦੇ ਰਹੇ ਹੈ। ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਧੜਾ ਔਰ ਚੰਨੀ ਸਾਹਿਬ ਦਾ ਧੜਾ, ਔਰ ਉਹਦੇ ਵਿੱਚ ਤੁਸੀਂ ਦੇਖੋਗੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਧੜਾ। ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਮਾਝਾ ਬ੍ਰਿਗੇਡ ਦਾ ਧੜਾ ਜਿਹੜਾ ਹੈਗਾ ਉਹ ਇੱਕ ਵੱਖਰਾ ਹੈ। ਸੋ ਕਹਿਣ ਦਾ ਮਤਲਬ ਹੈ ਕਿ ਕਈ ਐਸੇ ਧੜੇ ਨੇ ਜਿਹੜੇ ਆਪਣੇ ਆਪ ਨੂੰ ਸਥਾਪਿਤ ਕਰਨਾ ਚਾਹੁੰਦੇ ਸੀਗੇ, ਪਰ ਇਸ ਸਥਾਪਤੀ ਦੇ ਵਿੱਚ, ਇਸ ਕਾਟੋ ਕਲੇਸ਼ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਕਾਂਗਰਸ ਦਾ ਹੋਇਆ ਸੀਗਾ, ਔਰ ਜਿਹਦਾ ਨਤੀਜਾ ਆਪਾਂ ਦੇਖ ਰਹੇ ਹਾਂ ਕਿ ਕਾਂਗਰਸ ਨੂੰ ਲੱਗਦਾ ਸੀ ਕਿਸੇ ਵੇਲੇ ਕਿ ਅਸੀਂ ਦੁਬਾਰਾ ਸੱਤਾ ਦੇ ਵਿੱਚ ਆ ਜਾਾਂਗੇ, ਪਰ ਹੁਣ ਜਿਹੜਾ ਹੈਗਾ ਉਹਨਾਂ ਨੂੰ ਲੱਗਦਾ ਹੈ ਕਿ ਕੁਝ ਸਾਡੇ ਜਿਹੜੇ ਨੇ ਵਿਧਾਇਕ ਹੀ ਜਿੱਤ ਪਾਉਣਗੇ। ਇਸ ਕਰਕੇ ਹੁਣ ਕੁਝ ਵੀ ਨਹੀਂ ਹੈ, ਯਾਨੀ ਕਿ ਹੁਣ ਜਿਹੜੇ ਕੁਝ ਵਿਧਾਇਕ ਜਿੱਤਣਗੇ ਉਹਨਾਂ ਨੂੰ ਉਹ ਵੀ ਲੱਗਦਾ ਹੈ ਕਿ ਸ਼ਾਇਦ ਬੀਜੇਪੀ ਸਾਡੇ ਵਿਧਾਇਕਾਂ ਨੂੰ ਪੱਟ ਲੇਗੀ। ਜਿਵੇਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਕੈਪਟਨ ਸਾਹਿਬ ਦੇ ਕਾਰਨ ਬਹੁਤ ਸਾਰੇ ਜਿਹੜੇ ਵਿਧਾਇਕ ਸੀਗੇ ਜਾਂ ਖਾਸ ਤੌਰ ਤੇ ਜਿਨ੍ਹਾਂ ਨੂੰ ਟਿਕਟਾਂ ਮਿਲਣ ਦੀ ਉਮੀਦ ਨਹੀਂ ਸੀਗੀ, ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਚੁੱਕੇ ਸੀਗੇ। ਔਰ ਜਿਹਦੇ ਵਿੱਚ ਫਤਿਹਗੜ੍ਹ ਬਾਜਵਾ, ਆਪਾਂ ਤੁਹਾਨੂੰ ਚੇਤਾ ਹੋਊਗਾ ਕਿ ਆਪਾਂ ਪ੍ਰੋਗਰਾਮ ਕੀਤਾ ਸੀ, ਤੁਹਾਨੂੰ ਚੇਤਾ ਹੋਊ ਡਾਕਟਰ ਸਾਹਿਬ, ਆਪਾਂ ਆਪਣੇ ਦਰਸ਼ਕਾਂ ਨੂੰ ਐਕਸਕਲੂਸਿਵਲੀ ਦੱਸਿਆ ਸੀਗਾ ਕਿ ਭਾਈ ਜਿਹੜੀ ਭਾਜਪਾ ਦੀ ਨੀਤੀ ਹੈ ਉਹ ਥੋੜੀ ਜਿਹੀ ਚੇਂਜ ਹੋ ਗਈ। ਪਹਿਲਾਂ ਚਰਚਾਵਾਂ ਸੀ ਕਿ ਵੋਟਾਂ ਤੋਂ ਪਹਿਲਾਂ ਜਦੋਂ ਰੈਲੀਆਂ ਕਰਨ ਦੇ ਲਈ ਮੋਦੀ ਪੰਜਾਬ ਦੇ ਵਿੱਚ ਆਉਣਗੇ ਤਾਂ ਉਦੋਂ ਕਾਂਗਰਸ ਦੇ ਜਿਹੜੇ ਵੱਡੇ ਵਿਧਾਇਕ ਤੇ ਮੰਤਰੀ ਹੈ ਉਹ ਵੋਟਾਂ ਤੋਂ ਪਹਿਲਾਂ ਮੋਦੀ ਦੀ ਰੈਲੀ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਣਗੇ, ਮੋਦੀ ਦੀ ਅਗਵਾਈ ਦੇ ਵਿੱਚ। ਤਾਂ ਆਪਾਂ ਉਦੋਂ ਦੱਸਿਆ ਸੀ ਕਿ ਇਹ ਪਲਾਨ ਭਾਜਪਾ ਨੇ ਚੇਂਜ ਕਰ ਲਿਆ। ਭਾਜਪਾ ਹੁਣ ਪਲਾਨ ਇਹ ਖੇਡਣ ਜਾ ਰਹੀ ਹੈ ਕਿ ਕਿਉਂ ਨਾ ਜੇ ਅਸੀਂ ਜਿਹੜਾ ਹੈਗਾ ਬਾਹ ਮਰੋੜ ਕੇ ਈਡੀ ਦੇ ਦਮ ਦੇ ਜ਼ੋਰ ਤੇ ਜਾਂ ਵੱਖ-ਵੱਖ ਏਜੰਸੀਆਂ ਦਮ ਦੇ ਜ਼ੋਰ ਤੇ ਵੋਟਾਂ ਤੋਂ ਪਹਿਲਾਂ ਕਾਂਗਰਸ ਦੇ ਮੰਤਰੀ ਤੇ ਵਿਧਾਇਕ ਇੱਧਰ ਲਿਆ ਸਕਦੇ ਆ, ਤੇ ਉਹ ਸਾਡੇ ਵਾਲੇ ਪਾਸੇ ਜਿਹੜੇ ਡਾਕਟਰ ਸਾਹਿਬ ਤੁਸੀਂ ਦੱਸੇ ਵਿਧਾਇਕ ਤੇ ਜਿਹੜੇ ਕੁਝ ਗਏ ਉਧਰ ਬੀਜੇਪੀ ਵਾਲੇ ਪਾਸੇ, ਉਹਨਾਂ ਦੀ ਵੀ ਜਿੱਤਣ ਦੀ ਉਮੀਦ ਨਹੀਂ ਸੀ। ਤਾਂ ਹੁਣ ਸ਼ਾਇਦ ਬੀਜੇਪੀ ਨੇ ਇਹ ਸੋਚਿਆ ਸੀ ਉਦੋਂ ਕਿ ਭਾਈ ਜੇ ਅਸੀਂ ਪਹਿਲਾਂ ਵੋਟਾਂ ਤੋਂ ਪਹਿਲਾਂ ਅਸੀਂ ਬਾਹ ਮਰੋੜ ਕੇ ਕੁਝ ਵਿਧਾਇਕ ਤੇ ਮੰਤਰੀ ਆਪਣੇ ਵਾਲੇ ਪਾਸੇ ਲਿਆ ਸਕਦੇ ਹਾਂ, ਕਿਉਂ ਨਾ ਇਹਨਾਂ ਨੂੰ ਕਾਂਗਰਸ ਦੇ ਵੱਲੋਂ ਹੀ ਚੋਣ ਲੜਾ ਦਿੱਤੀ ਜਾਵੇ
ਤੇ ਜਦੋਂ ਇਹ ਜਿੱਤਣ ਤਾਂ ਉਸ ਤੋਂ ਬਾਅਦ ਇਹਨਾਂ ਦੀ ਬਾਂਹ ਮਰੋੜ ਕੇ ਇੱਧਰ ਲਿਆਂਦਾ ਜਾਵੇ। ਇਹ ਆਪਾਂ ਐਕਸਕਲੂਸਿਵ ਪਲਾਨ ਜਿਹੜਾ ਉਹ ਸਭ ਤੋਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਦੱਸਿਆ ਸੀ, ਤੇ ਸਾਡੀ ਉਸੇ ਖਬਰ ਦੇ ਉੱਪਰ ਕਾਂਗਰਸ ਖੁਦ ਮੋਹਰ ਲਾਉਂਦੀ ਹੋਈ ਨਜ਼ਰ ਆ ਰਹੀ ਹੈ। ਬਿਲਕੁਲ ਤੁਸੀਂ ਦੇਖੋਗੇ ਕਿ ਪਿਛਲੇ ਲੰਮੇ ਸਮੇਂ ਤੋਂ ਜੋ ਭਾਜਪਾ ਦੀ ਨੀਤੀ ਰਹੀ ਹੈ, ਉਹ ਨੀਤੀ ਰਹੀ ਹੈ ਸਾਮ ਦਾਮ ਦੰਡ ਭੇਦ, ਯਾਨੀ ਕਿ ਹਰ ਤਰ੍ਹਾਂ ਦਾ ਜਿਹੜਾ ਹੈਗਾ ਤਰੀਕਾ ਵਰਤ ਕੇ ਦੂਸਰਿਆਂ ਨੂੰ ਆਪਣੇ ਨਾਲ ਲੈ ਕੇ ਆਉਣਾ। ਜਿਵੇਂ ਤੁਸੀਂ ਦੱਸਿਆ, ਚਾਹੇ ਈਡੀ ਦੀਆਂ ਰੇਡਾਂ ਹੋਣ, ਚਾਹੇ ਉਹਨਾਂ ਨੂੰ ਖਰੀਦ ਕੇ ਹੋਵੇ। ਸਾਮ ਦਾਮ ਯਾਨੀ ਕਿ ਦਾਮ ਦਾ ਮਤਲਬ ਹੁੰਦਾ ਹੈ ਕਿ ਖਰੀਦ ਲੈਣਾ, ਯਾਨੀ ਕਿ ਕਹਿਣ ਦਾ ਮਤਲਬ ਹੈ ਕਿ ਹਰ ਤਰੀਕੇ ਦੇ ਨਾਲ ਕੋਸ਼ਿਸ਼ ਕਰਦੀ ਹੈ ਬੀਜੇਪੀ ਕਿ ਕਿਉਂਕਿ ਆਪਣਾ ਕਾਡਰ ਨਹੀਂ ਹੈ। ਵੱਡੀ ਗੱਲ ਇਸ ਵੇਲੇ ਜਿਹੜੀ ਸਮਝਣ ਵਾਲੀ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਬੀਜੇਪੀ ਅਕਾਲੀ ਦਲ ਦੇ ਨਾਲ ਮਿਲ ਕੇ ਲਗਭਗ 23 ਸੀਟਾਂ ਦੇ ਉੱਤੇ ਖੜੀ ਹੁੰਦੀ ਆ ਰਹੀ ਸੀਗੀ, ਕਿਉਂਕਿ ਉਹਨੂੰ ਲੱਗਦਾ ਸੀਗਾ ਕਿ ਬਹੁਤ ਥੋੜੀਆਂ ਥਾਵਾਂ ਨੇ ਜਿੱਥੇ ਬੀਜੇਪੀ ਦੇ ਕੈਂਡੀਡੇਟ ਜਿੱਤ ਸਕਦੇ ਸੀਗੇ। ਪਰ ਇਸ ਵਾਲੀ ਪੋਜੀਸ਼ਨ ਜਿਹੜੀ ਸੀਗੀ ਬਿਲਕੁਲ ਉਲਟ ਹੋ ਗਈ। ਇਸ ਵਾਰੀ ਉਹਨਾਂ ਨੂੰ 117 ਬੰਦੇ ਚਾਹੀਦੇ ਸੀਗੇ, 117 ਬੰਦੇ ਉਹਨਾਂ ਕੋਲੇ ਨਹੀਂ ਸੀਗੇ, ਕਿਉਂਕਿ ਕਾਡਰ ਬੀਜੇਪੀ ਦਾ ਪੰਜਾਬ ਦੇ ਵਿੱਚ ਉਸ ਕਿਸਮ ਦਾ ਨਹੀਂ ਹੈ ਜਿਸ ਕਿਸਮ ਦੀ ਲੋੜ ਪੈਂਦੀ ਹੈ 117 ਬੰਦਿਆਂ ਦੇ ਲੜਾਉਣ ਦੇ ਦੀ। ਸੋ ਇਸ ਕਰਕੇ ਉਹਨਾਂ ਨੂੰ ਇਹੀ ਲੱਗਿਆ ਕਿ 117 ਬੰਦੇ ਤਾਂ ਅਸੀਂ ਨਹੀਂ ਪੈਦਾ ਕਰ ਸਕਾਂਗੇ, ਪਰ ਕਿਉਂ ਨਾ ਅਸੀਂ ਦੂਜੀਆਂ ਪਾਰਟੀਆਂ ਦੇ ਬੰਦੇ ਪੱਟ ਕੇ ਜਿਹੜੇ ਨੇ ਆਪਣੇ ਨਾਲ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਨਾਲ ਰਲਾਈਏ, ਤਾਂ ਕਿ ਸਾਡਾ ਇੱਥੇ ਬੇਸ ਘੱਟੋ ਘੱਟ ਇੱਕ ਬੇਸ ਬਣ ਜਾਏ। ਔਰ 24 ਦੀਆਂ ਜਿਹੜੀਆਂ ਲੋਕ ਸਭਾ ਸੀਟਾਂ ਜਿਹੜੀਆਂ ਜਿੱਥੇ ਜਦੋਂ ਚੋਣ ਲੜੀ ਜਾਣੀ ਹੈ, ਤਾਂ ਉੱਥੇ ਘੱਟੋ ਘੱਟ ਅਸੀਂ ਆਪਣੇ ਜਿਹੜੇ ਨੇ ਅਗਲੀਆਂ ਚੋਣਾਂ ਦੇ ਵਿੱਚ, ਜਿਹੜੇ 24 ਦੀਆਂ ਚੋਣਾਂ ਦੇ ਵਿੱਚ ਆਪਣੇ ਉਮੀਦਵਾਰ ਖੜੇ ਕਰ ਸਕੀਏ ਔਰ ਉਹ ਚੰਗਾ ਇੱਕ ਵੋਟ ਪ੍ਰਤੀਸ਼ਤ ਅਸੀਂ ਪ੍ਰਾਪਤ ਕਰ ਸਕੀਏ। ਸੋ ਕਹਿਣ ਦਾ ਮਤਲਬ ਹੈ ਕਿ ਇੱਕ ਕਿਸਮ ਦੀ ਇਹ 24 ਦੀ ਤਿਆਰੀ ਵੀ ਕਰ ਰਹੀ ਹੈ ਬੀਜੇਪੀ, ਤੇ ਨਾਲ ਦੀ ਨਾਲ ਜਿਹੜੀਆਂ ਹੁਣ ਅਗਲੀਆਂ ਜਿਹੜੀਆਂ ਚੋਣਾਂ ਹੋਣੀਆਂ ਨੇ ਜਾਂ ਇਹਦੇ ਰਿਜ਼ਲਟ ਆਉਣੇ ਨੇ ਇਹਨਾਂ ਵਿਧਾਨ ਸਭਾ ਚੋਣਾਂ ਦੇ, ਉੱਥੇ ਵੀ ਉਹ ਦਿਖਾਉਣਾ ਚਾਹੁੰਦੀ ਹੈ ਕਿ ਸਾਡਾ ਪੰਜਾਬ ਦੇ ਵਿੱਚ ਵੀ ਕਾਡਰ ਹੈ, ਸਾਡਾ ਪੰਜਾਬ ਦੇ ਵਿੱਚ ਵੀ ਬੇਸ ਹੈ। ਪਰ ਉਸ ਕਿਸਮ ਦਾ ਬੇਸ ਨਹੀਂ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਬੇਸ ਤਾਂ ਸਾਡਾ, ਕਿਉਂਕਿ ਆਪਣੇ ਵੀ ਉਹਨਾਂ ਨੂੰ ਇਸ ਵੇਲੇ ਇਹੀ ਹੈ ਕਿ ਸਾਡੇ ਆਪਣੇ ਉਮੀਦਵਾਰ ਵੀ ਨਹੀਂ ਚਾਲ ਚੱਲੀ ਜਾ ਰਹੀ ਹੈ। ਡਾਕਟਰ ਸਾਹਿਬ, ਜਿਸ ਤਰੀਕੇ ਦੀ ਚਾਲ ਬੀਜੇਪੀ ਦੇ ਵੱਲੋਂ ਚੱਲੀ ਜਾ ਰਹੀ ਹੈ, ਇਸੇ ਦਾ ਹੀ ਕਾਰਨ ਹੈ ਕਿ ਅਕਾਲੀ ਦਲ ਜਿਹੜਾ ਬੜੇ ਕੌਨਫੀਡੈਂਸ ਨਾਲ ਇਹ ਗੱਲ ਕਹਿ ਰਿਹਾ ਹੈ ਕਿ ਭਾਈ ਸਾਡੀ ਹੀ ਸਰਕਾਰ ਬਣੂਗੀ, ਅਸੀਂ ਭਾਜਪਾ ਦੇ ਨਾਲ ਗੱਠਜੋੜ ਕਰਾਂਗੇ। ਭਾਜਪਾ ਦੇ ਨਾਲ ਗੱਠਜੋੜ ਤਾਂ ਹੀ ਹੋਊਗਾ ਨਾ ਜੇ ਭਾਜਪਾ ਨੂੰ ਕੁਝ ਸੀਟਾਂ ਆਉਣਗੀਆਂ, ਤਾਂ ਸੀਟਾਂ ਉਨੀਆਂ ਆਉਂਦੀਆਂ ਨਜ਼ਰ ਨਹੀਂ ਆ ਰਹੀਆਂ ਜਿੰਨੀਆਂ ਸੀਟਾਂ ਦੇ ਨਾਲ ਗੱਠਜੋੜ ਹੋਣ ਤੋਂ ਬਾਅਦ ਸਰਕਾਰ ਬਣ ਸਕੀ। ਪਰ ਜਿਸ ਤਰੀਕੇ ਦੀ ਰਾਜਨੀਤੀ ਚੱਲੀ ਜਾ ਰਹੀ ਹੈ ਭਾਜਪਾ ਦੇ ਵੱਲੋਂ, ਉਹ ਸ਼ਾਇਦ ਅਕਾਲੀ ਦਲ ਨੂੰ ਪਤਾ ਹੈਗਾ, ਇਸੇ ਕਰਕੇ ਹੀ ਉਹ ਲਗਾਤਾਰ ਇਹੀ ਗੱਲ ਕਹਿ ਰਹੀ ਹੈ ਕਿ ਅਸੀਂ ਬੀਜੇਪੀ ਨਾਲ ਰਲ ਕੇ ਸਰਕਾਰ ਬਣਾਵਾਂਗੇ। ਕਿਤੇ ਨਾ ਕਿਤੇ ਜੇ 2-2 4-4 ਕਰੋੜ ਰੁਪਈਆ ਜੇ ਦਿੱਤਾ ਵੀ ਜਾਂਦਾ ਕਿਸੇ ਵਿਧਾਇਕਾਂ ਨੂੰ, ਤਾਂ ਉਹ ਮੇਰੇ ਖਿਆਲ 'ਚ 100-200 ਕਰੋੜ ਰੁਪਈਆ ਖਰਚ ਕੇ 10-15 ਵਿਧਾਇਕ ਪੱਟਣ ਦੇ ਲਈ ਜਿਹੜਾ ਕੋਈ ਬਹੁਤਾ ਜ਼ਿਆਦਾ ਨਹੀਂ ਹੈ ਉਹਨਾਂ ਦੇ ਵਾਸਤੇ, ਬੀਜੇਪੀ ਦੇ ਵਾਸਤੇ। ਤੇ ਬਥੇਰੇ ਇਹੋ ਜਿਹੇ ਸਾਊ ਵਿਧਾਇਕ, ਦੁੱਧ ਧੋਤੇ ਵਿਧਾਇਕ ਹੈਗੇ ਆ ਜਿਹੜੇ ਗਾਂਧੀ ਵਾਲੇ ਨੋਟਾਂ ਨੂੰ ਦੇਖ ਕੇ, ਗਾਂਧੀ ਵਾਲੇ ਕਾਗਜ਼ਾਂ ਨੂੰ ਦੇਖ ਕੇ ਪਿਘਲ ਸਕਦੇ ਆ, ਚਾਹੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਹੋਣ, ਬਥੇਰੇ ਇਹੋ ਜਿਹੇ ਹੈਗੇ ਆ, ਚਾਹੇ ਉਹ ਕਾਂਗਰਸ ਦੇ ਵਿੱਚ ਹੋਣ। ਡਾਕਟਰ ਸਾਹਿਬ, ਅਜਿਹੇ ਲੋਕਾਂ ਦੇ ਕਰਕੇ ਜਿਹੜੀਆਂ ਅਜਿਹੀਆਂ ਰਾਜਨੀਤੀਆਂ ਚੱਲੀਆਂ ਜਾ ਸਕਦੀਆਂ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਜਿਹੜੀਆਂ ਫਾਈਲਾਂ ਦਾ ਲਗਾਤਾਰ ਜ਼ਿਕਰ ਕਰਦੇ ਰਹੇ ਨੇ, ਸ਼ਾਇਦ ਉਹ ਫਾਈਲਾਂ ਦਾ ਪ੍ਰੋਸੈਸ ਵੀ ਨਾਲੋਂ ਨਾਲ ਚੱਲ ਪਿਆ ਹੋਣਾ, ਜਿਹਦੇ ਕਰਕੇ ਕਾਂਗਰਸ ਨੂੰ ਪਤਾ ਲੱਗ ਗਿਆ ਕਿ ਭਾਈ ਸਾਡੇ ਆਹ ਬੰਦੇ ਜਿਹੜੇ ਪੱਟੇ ਜਾ ਸਕਦੇ ਆ, ਕਿ ਵਾਕਈ ਕਾਮਯਾਬ ਹੋ ਸਕਦੇ ਆ ਇਸ ਤਰੀਕੇ ਦੇ ਨਾਲ। ਜੇ 20-25 ਵਿਧਾਇਕ ਵੀ, ਵੈਸੇ ਤਾਂ ਇਹ ਬਹੁਤ ਵੱਡੀ ਗੱਲ ਹੁੰਦੀ ਹੈ, ਪਰ ਜੇ 10-15 ਆਮ ਆਦਮੀ ਪਾਰਟੀ ਵਾਲੇ ਪਾਸਿਓਂ, ਕਿਉਂਕਿ 10 ਕੋਈ ਵੱਡੀ ਗੱਲ ਨਹੀਂ, 10 ਤਾਂ ਪਿਛਲੀ ਵਾਰੀ ਵੀ ਪੱਟੇ ਗਏ ਸੀਗੇ ਆਮ ਆਦਮੀ ਪਾਰਟੀ ਤੇ, ਜੇ 10-15 ਇਧਰੋਂ ਪੱਟ ਰਹੇ ਤੇ 10-15 ਕਾਂਗਰਸ ਵਾਲੇ ਪਾਸਿਓਂ ਪੱਟ ਲਏ, ਤਾਂ ਵੈਸੇ ਦੇਖਣ ਨੂੰ ਬਹੁਤ ਵੱਡੀ ਗੱਲ ਹੈ। ਪਰ 2-2 4-4 5-5 ਕਰੋੜ ਰੁਪਈਆ ਜੇ ਬੀਜੇਪੀ ਦੇ ਵੀ ਦਵੇ, ਤਾਂ ਉਹਨਾਂ ਵਾਸਤੇ 200-250-500 ਕਰੋੜ ਰੁਪਈਆ ਖਰਚਣਾ ਕੋਈ ਵੱਡੀ ਗੱਲ ਨਹੀਂ ਸਰਕਾਰ ਬਣਾਉਣ ਦੇ ਲਈ। ਅੱਗੇ ਵੀ ਉਹ ਕਰਦੇ ਰਹੇ ਨੇ। ਲੱਗਦਾ ਡਾਕਟਰ ਸਾਹਿਬ ਕੋਈ ਇਹੋ ਜਿਹਾ ਜਿਹੜੀ ਸਿਚੁਏਸ਼ਨ ਬਣ ਸਕਦੀ ਹੈ? ਸੁਖਵਿੰਦਰ ਜੀ, ਦੇਖੋ, ਪਹਿਲੀ ਗੱਲ ਤਾਂ ਜੋ ਅਕਾਲੀ ਦਲ ਔਰ ਬੀਜੇਪੀ ਦੇ ਸੰਬੰਧ ਨੇ ਇਸ ਵੇਲੇ, ਉਹਨਾਂ ਨੂੰ ਸਮਝਣ ਦੀ ਲੋੜ ਹੈ, ਕਿਉਂਕਿ ਦੋਵੇਂ ਪਾਰਟੀਆਂ ਕਿਸੇ ਵੇਲੇ ਆਪਾਂ ਕਹਿ ਸਕਦੇ ਹਾਂ ਕਿ 9 ਮਾਸ ਦਾ ਰਿਸ਼ਤਾ ਦੋਨਾਂ ਦਾ ਰਿਹਾ ਹੈ, ਔਰ ਦੋਵੇਂ ਪਾਰਟੀਆਂ ਇੱਕ ਦੂਜੇ ਦੀਆਂ ਕਮਜ਼ੋਰੀਆਂ ਨੂੰ, ਖੂਬੀਆਂ ਨੂੰ, ਖਾਮੀਆਂ ਨੂੰ ਚੰਗੀ ਤਰ੍ਹਾਂ ਜਾਣਦੀਆਂ ਨੇ। ਔਰ ਦੋਵੇਂ ਪਾਰਟੀਆਂ ਆਪਾਂ ਸਾਰੇ ਜਾਣਦੇ ਹਾਂ ਕਿ ਇਹਨਾਂ ਨੇ ਰਲ ਕੇ ਪਿਛਲਾ ਲੰਮਾ ਸਮਾਂ ਰਾਜ ਕੀਤਾ ਹੈ, ਚਾਹੇ ਪਿਛਲੇ ਤੁਸੀਂ 10 ਸਾਲ ਦੇਖ ਲਓ, ਉਸ ਤੋਂ ਵੀ ਪਹਿਲਾਂ ਦੇ ਦੇਖ ਲਓ ਤੁਸੀਂ। ਸੋ ਜੇਕਰ ਤੁਸੀਂ ਇੰਨੇ ਸਾਲ ਇਕੱਠੇ ਰਹਿ ਚੁੱਕੇ ਹੋ, ਤਾਂ ਤੁਸੀਂ ਇੱਕ ਦੂਜੇ ਦਾ ਭੇਤ ਪਾ ਜਾਂਦੇ ਹੋ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਬੀਜੇਪੀ ਔਰ ਅਕਾਲੀ ਦਲ ਇੱਕ ਦੂਜੇ ਦਾ ਭੇਤ ਪਾਇਆ ਹੋਇਆ ਉਹਨਾਂ ਨੇ, ਔਰ ਇੱਕ ਦੂਜੇ ਦੀਆਂ ਸਾਰੀਆਂ ਰਗਾਂ ਨੂੰ ਜਾਣਦੇ ਨੇ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਜੇਕਰ ਮੌਕਾ ਮਿਲਦਾ ਹੈ ਇਹਨਾਂ ਨੂੰ, ਕਿ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਤੋੜ ਭੰਨ ਕਰਨ ਦਾ,
ਚਾਹੇ ਉਹ ਅਕਾਲੀਆਂ, ਚਾਹੇ ਉਹ ਕਾਂਗਰਸ ਚੋਂ ਬੰਦੇ ਪੱਟਣੇ ਹੋਣ, ਚਾਹੇ ਆਮ ਆਦਮੀ ਪਾਰਟੀ ਚੋਂ ਪੱਟਣੇ ਹੋਣ। ਯਾਨੀ ਕਿ ਜੇਕਰ ਬਹੁਤ ਥੋੜੇ ਫਰਕ ਨਾਲ ਸਾਰੀਆਂ ਪਾਰਟੀਆਂ ਜਿੱਤਦੀਆਂ ਨੇ, ਜਾਂ ਥੋੜੇ ਫਰਕ ਨਾਲ ਸੀਟਾਂ ਦੇ ਵਿੱਚ ਇੱਧਰ ਉੱਧਰ ਦੀ ਕਮੀ ਕੋਈ ਰਹਿ ਜਾਏਗੀ, ਤਾਂ ਲਾਜ਼ਮੀ ਤੌਰ ਤੇ ਉਹਦੇ ਵਿੱਚ ਬਾਜ਼ੀ ਜਿਹੜੀ ਹੈਗੀ ਹੈ ਬੀਜੇਪੀ ਮਾਰੇਗੀ। ਕਿਉਂਕਿ ਬੀਜੇਪੀ ਦੇ ਕੋਲ ਵੱਡੀ ਗੱਲ ਜਿਹੜੀ ਇਸ ਵੇਲੇ ਸਮਝਣ ਵਾਲੀ ਹੈ ਕਿ ਸੈਂਟਰ ਦੇ ਵਿੱਚ ਸੱਤਾ ਹੈ, ਔਰ ਸੈਂਟਰ ਦੇ ਵਿੱਚ ਸੱਤਾ ਹੋਣ ਕਰਕੇ ਕੋਈ ਨਾ ਕੋਈ ਜਿਹੜਾ ਹੈਗਾ ਲਾਲਚ ਦਾ ਜ਼ਰੂਰ ਹਰ ਕਿਸੇ ਨੂੰ ਹੁੰਦਾ ਹੈ ਕਿ ਕਿਉਂ ਨਾ ਅਸੀਂ ਸੈਂਟਰ ਦੇ ਵਿੱਚ ਜਿਹਦੀ ਸੱਤਾ ਹੈ ਉਸ ਪਾਰਟੀ ਵੱਲ ਜਾਈਏ। ਸੋ ਇਹੀ ਕਾਰਨ ਸੀਗਾ ਕਿ ਲੋਕਾਂ ਨੇ ਪਿਛਲੇ ਵਾਰੀ ਵੀ ਤੁਸੀਂ ਦੇਖੋਗੇ ਕਿ ਜਦੋਂ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਸੀ, ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਚੱਲ ਰਹੀ ਸੀਗੀ, ਵੱਖ-ਵੱਖ ਉਮੀਦਵਾਰਾਂ ਨੇ ਕੈਪਟਨ ਸਾਹਿਬ ਦੀ ਪਾਰਟੀ ਦੇ ਨੇੜੇ ਹੁੰਦੇ ਹੋਏ ਵੀ ਉਹਨਾਂ ਨੇ ਬੀਜੇਪੀ ਨੂੰ ਜੁਆਇਨ ਕੀਤਾ ਸੀਗਾ। ਤੁਹਾਨੂੰ ਯਾਦ ਹੋਏਗਾ, ਉਹ ਬੀਜੇਪੀ ਨੂੰ ਜੁਆਇਨ ਕਰਨ ਦਾ ਮਤਲਬ ਇਹੀ ਸੀਗਾ ਕਿਉਂਕਿ ਕੈਪਟਨ ਸਾਹਿਬ ਦੀ ਪਾਰਟੀ ਤੇ ਕੋਈ ਭਰੋਸਾ ਨਹੀਂ ਸੀ ਨਜ਼ਰ ਆ ਰਿਹਾ। ਪਰ ਬੀਜੇਪੀ ਉਹਨਾਂ ਨੂੰ ਲੱਗਦਾ ਸੀਗਾ ਕਿ ਇੱਕ ਅਜਿਹੀ ਪਾਰਟੀ ਹੈ ਜਿਹਦੀ 24 ਦੇ ਵਿੱਚ ਵੀ ਹੋ ਸਕਦਾ ਕਿ ਸੱਤਾ ਦੁਬਾਰਾ ਮੁੜ ਕੇ ਆ ਜਾਏ, ਔਰ ਸੈਂਟਰ ਦੇ ਵਿੱਚ ਸੱਤਾ ਹੈ, ਔਰ ਬਾਕੀ ਸਟੇਟਾਂ ਦੇ ਵਿੱਚ ਸੱਤਾ ਹੈ, ਇੱਕ ਮਜ਼ਬੂਤ ਪਾਰਟੀ ਹੈ। ਸੋ ਕਹਿਣ ਦਾ ਮਤਲਬ ਹੈ ਕਿ ਬੀਜੇਪੀ ਦੀ ਪੂਰੀ ਕੋਸ਼ਿਸ਼ ਹੋਏਗੀ ਕਿ ਚਾਹੇ ਉਹ ਕਾਂਗਰਸ ਦੇ ਕੁਝ ਵਿਧਾਇਕਾਂ ਨੂੰ ਪੱਟ ਲਏ ਜਾਂ ਆਮ ਆਦਮੀ ਪਾਰਟੀ ਦੇ ਵਿੱਚੋਂ ਪੱਟ ਕੇ ਜਿਹੜੀ ਹੈਗੀ ਹੈ ਆਪਣੀ ਨਵੀਂ ਸੱਤਾ ਜਿਹੜੀ ਹੈਗੀ ਹੈ ਕਾਇਮ ਕਰ ਸਕਦੀ ਹੈ। ਇਹ ਚੀਜ਼ਾਂ ਤਾਂ ਹੋਣਗੀਆਂ ਜੇਕਰ ਬਹੁਤ ਘੱਟ ਮਾਰਜਨ ਦੇ ਉੱਤੇ ਸੀਟਾਂ ਜਿਹੜੀਆਂ ਨੇ ਜਿੱਤੀਆਂ ਜਾਂਦੀਆਂ ਨੇ। ਸੋ ਜੇਕਰ ਆਪਾਂ ਕਹਿ ਸਕਦੇ ਹਾਂ ਕਿ ਮੰਨ ਲਓ 60 ਜਾਂ 55 ਸੀਟਾਂ ਹੀ ਕੋਈ ਪਾਰਟੀ ਜਿਹੜੀ ਹੈਗੀ ਹੈ ਪ੍ਰਾਪਤ ਕਰ ਸਕੇਗੀ, ਤਾਂ ਲਾਜ਼ਮੀ ਤੌਰ ਤੇ ਉਸ ਪਾਰਟੀ ਦੀ ਸੱਤਾ ਨੂੰ ਬਣਾਉਣ ਦੇ ਲਈ ਬਹੁਤ ਔਖਾ ਹੋ ਜਾਏਗਾ। ਔਰ ਇਸੇ ਤਰ੍ਹਾਂ ਜੇ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਘੱਟ ਜੇਕਰ ਮੰਨ ਲਓ ਕੁਝ ਸੀਟਾਂ ਦੀ ਲੋੜ ਪੈਂਦੀ ਆ ਅਕਾਲੀ ਦਲ ਬੀਜੇਪੀ ਨੂੰ ਮਿਲਾ ਕੇ, ਔਰ ਤਾਂ ਵੀ ਜਿਹੜਾ ਹੈਗਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੋ ਸਕਦੀਆਂ ਨੇ। ਸੋ ਕਹਿਣ ਦਾ ਮਤਲਬ ਹੈ ਕਿ ਸਿਆਸਤ ਹੈ, ਪੋਲਿਟਿਕਸ ਦੇ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਪੈਦਾ ਹੋ ਜਾਂਦੀਆਂ ਨੇ, ਪਰ ਇਹ ਉਦੋਂ ਹੀ ਪਤਾ ਲੱਗੇਗਾ। ਇਹਨੂੰ ਸਮਝਣ ਵਾਲੀ ਗੱਲ ਇਹੀ ਹੈ ਕਿ ਇਹ ਰਿਜ਼ਲਟ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਲੈ ਕੇ ਜਾਂਦੀ ਹੈ, ਉਹਨੂੰ ਕਿੰਨੀਆਂ ਸੀਟਾਂ ਦੀ ਹੋਰ ਲੋੜ ਪੈਂਦੀ ਹੈ, ਜਾਂ ਉਹਦੇ ਕੋਲ ਕਿੰਨੀਆਂ ਸੀਟਾਂ ਵੱਧ ਨੇ। ਸੋ ਇਸ ਕਰਕੇ ਇਹ ਜਿਹੜਾ ਮਾਰਜਨ ਰਹੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਦਾ, ਉਹਦੇ ਉੱਤੇ ਬਹੁਤ ਜ਼ਿਆਦਾ ਡਿਪੈਂਡ ਕਰੇਗਾ ਕਿ ਆਉਣ ਵਾਲੀ ਜਿਹੜੀ 5 ਸਾਲਾ ਵਿਧਾਨ ਸਭਾ ਹੈ ਪੰਜਾਬ ਦੀ, ਤਾਂ ਉਹ ਕਿਸ ਪਾਸੇ ਵੱਲ ਜਾਏਗੀ। ਸੋ ਉਸ 10 ਤਰੀਕ ਤੋਂ ਬਾਅਦ ਹੀ ਇਹ ਆਪਾਂ ਕਹਿ ਸਕਦੇ ਹਾਂ ਸਪਸ਼ਟ ਹੋ ਸਕਦਾ ਹੈ। ਸੁਖਵਿੰਦਰ ਜੀ, ਬਿਲਕੁਲ। ਤਾਂ ਜਿਹੜੀ ਭਾਜਪਾ ਤੇ ਅਕਾਲੀ ਦਲ ਦੇ ਵੱਲੋਂ ਜ਼ੋਰ ਅਜਮਾਇਸ਼ ਜਿਹੜੀ ਆ ਪੂਰੀ ਕੀਤੀ ਜਾ ਰਹੀ ਹੈ ਕਿ ਭਾਈ ਕਿਹੜੇ ਲੀਡਰ ਪੱਟ ਕੇ ਲਿਜਾਣੇ ਆ, ਤਾਂ ਇਸੇ ਕਰਕੇ ਜਿਹੜੀ ਆਮ ਆਦਮੀ ਮਾਫ ਕਰਨਾ ਕਾਂਗਰਸ ਆ ਜਿਹੜੀ ਉਹ ਆਪਣੇ ਵਿਧਾਇਕਾਂ ਨੂੰ ਲੁਕਾਉਣ ਦੀ ਗੱਲ ਕਰ ਰਹੀ ਹੈ, ਰਾਜਸਥਾਨ ਦੇ ਵਿੱਚ ਲਿਜਾਣ ਦੀ ਗੱਲ ਕਰ ਰਹੀ ਹੈ। ਹੁਣ ਦੇਖਣਾ ਇਹ ਹੋਊਗਾ ਕਿ ਕਿਵੇਂ ਬਚਾਏ ਜਾਂਦੇ ਆਪਣੇ ਵਿਧਾਇਕ ਕਾਂਗਰਸ ਦੇ ਵੱਲੋਂ। ਤਾਂ ਅਗਲੀ ਖਬਰ ਵਾਲੇ ਪਾਸੇ ਡਾਕਟਰ ਸਾਹਿਬ ਆਪਾਂ ਵਧੀਏ। ਕੱਲ ਰਾਮ ਰਹੀਮ ਜਿਹੜਾ ਉਹ ਆਪਣੇ ਜੇਲ੍ਹ ਦੇ ਵਿੱਚ ਵਾਪਸ ਪਰਤ ਗਿਆ, 21 ਦਿਨ ਦੀ ਫਰਲੋ ਵੀ ਕੱਟ ਲਈ ਹੈ। ਉਹਦੇ ਪ੍ਰੇਮੀਆਂ ਨੂੰ ਇਹ ਕਿਹਾ, ਪ੍ਰੇਮੀਆਂ ਵੱਲੋਂ ਆਸ ਸੀਗੀ ਕਿ ਉਹਨਾਂ ਨੂੰ ਦਰਸ਼ਨ ਕਰਾਏ ਜਾਣਗੇ ਜ਼ਰੂਰ ਉਹਦੇ ਬਾਬੇ ਦੇ, ਪਰ ਉਹਦੇ ਪ੍ਰੇਮੀ ਜਿਹੜੇ ਨਿਰਾਸ਼ ਪਰਤੇ ਨੇ ਡੇਰੇ ਤੋਂ ਵੀ। ਕੀ ਲੱਗਦਾ ਹੈ ਕਿ ਜੇ ਪ੍ਰੇਮੀਆਂ ਨੂੰ ਬਾਬਾ ਮਿਲਿਆ ਨਹੀਂ, ਉਦਾਂ ਵੀ ਕਿਤੇ ਬਾਬਾ ਦਿਖਾਈ ਨਹੀਂ ਦਿੱਤਾ, ਤੇ ਬਾਹਰ ਆ ਕੇ ਫਿਰ ਕੀਤਾ ਕੀ ਰਿਹਾ, ਕਿੱਥੇ ਕਾਰਨ ਕੀ ਰਿਹਾ ਜਿਹੜਾ ਨਾ ਤਾਂ ਡੇਰੇ ਗਿਆ ਨਾ ਪ੍ਰੇਮੀਆਂ ਕੋਲ? ਸੁਖਵਿੰਦਰ ਜੀ, ਬਾਬਾ ਜੀ ਨੂੰ ਜਿਹੜੀ ਫਰਲੋ ਦਿੱਤੀ ਗਈ ਸੀਗੀ ਉਹ ਇਸ ਬਿਨਾਂ ਦੇ ਉੱਤੇ ਦਿੱਤੀ ਗਈ ਸੀ ਕਿ ਉਹ ਬਾਹਰ ਕਿਤੇ ਵੀ ਨਹੀਂ ਜਾ ਸਕਣਗੇ, ਯਾਨੀ ਕਿ ਗੁਰੂਗ੍ਰਾਮ ਦੇ ਵਿੱਚ ਹੀ ਰਹਿ ਕੇ, ਔਰ ਉਹ ਵੀ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ, ਯਾਨੀ ਕਿ ਉਹਨਾਂ ਨੂੰ Z+ ਸਿਕਿਉਰਿਟੀ ਜਿਹੜੀ ਸੀ ਉਸ ਵੇਲੇ ਦਿੱਤੀ ਗਈ, ਤੁਹਾਨੂੰ ਯਾਦ ਹੋਏਗਾ, ਔਰ ਜਿਹਦਾ ਵਿਰੋਧ ਵੱਖ-ਵੱਖ ਪਾਰਟੀਆਂ ਵੱਲੋਂ ਉਸ ਵੇਲੇ ਵੀ ਕੀਤਾ ਗਿਆ ਸੀਗਾ। ਇਹਦਾ ਵੱਡਾ ਕਾਰਨ ਇਹੀ ਸੀਗਾ ਕਿ ਉਹਨਾਂ ਨੂੰ ਇਹ ਕਹਿ ਕੇ ਫਰਲੋ ਦਿੱਤੀ ਗਈ ਕਿ ਤੁਸੀਂ ਭਾਈ ਗੁਰੂਗ੍ਰਾਮ ਦੇ ਵਿੱਚ ਰਹਿ ਕੇ ਹੀ ਆਪਣੀ ਜਿਹੜੀ ਹੈਗੀ ਆ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਉੱਥੇ ਰਹਿ ਕੇ ਕਰ ਸਕਦੇ ਹੋ। ਸੋ ਕਹਿਣ ਦਾ ਮਤਲਬ ਹੈ ਕਿ ਉਹ ਬਾਹਰ ਜਾ ਹੀ ਨਹੀਂ ਸੀ ਸਕਦੇ। ਸੋ ਇਹੀ ਕਾਰਨ ਹੈ ਕਿ ਉਹ ਆਪਣੇ ਜਿਹੜੇ ਨੇ ਪ੍ਰੇਮੀਆਂ ਨੂੰ ਦਰਸ਼ਨ ਨਹੀਂ ਦੇ ਸਕੇ, ਯਾਨੀ ਕਿ ਆਪਣੇ ਜੋ ਸਿਰਸੇ ਵਾਲਾ ਡੇਰਾ ਹੈ, ਔਰ ਉਸ ਡੇਰੇ ਦੇ ਵਿੱਚ ਲਗਾਤਾਰ ਇੱਕ ਵੱਡੇ ਫੰਕਸ਼ਨ ਜਿਹੜੇ ਸੀਗੇ ਹੋ ਰਹੇ ਸੀਗੇ, ਪਰ ਉਹਨਾਂ ਦੇ ਆਪਣੇ ਜਿਹੜੇ ਗੁਰੂ ਨੇ ਉਹ ਨਹੀਂ ਸੀ ਜਾ ਪਾਏ। ਸੋ ਇਹਦਾ ਵੱਡਾ ਕਾਰਨ ਇਹੀ ਸੀਗਾ ਕਿ ਅਦਾਲਤ ਵੱਲੋਂ ਉਹਨਾਂ ਦੇ ਉੱਤੇ ਸ਼ਿਕੰਜਾ ਕੱਸਿਆ ਗਿਆ ਸੀਗਾ ਕਿ ਉਹ ਬਾਹਰ ਨਹੀਂ ਜਾ ਸਕਣਗੇ, ਔਰ ਕਿਉਂਕਿ ਸਿਕਿਉਰਿਟੀ ਦਾ ਵੀ ਮਸਲਾ ਹੈ ਜਾਂ ਹੋਰ ਵੀ ਬਹੁਤ ਸਾਰੀਆਂ ਪਾਬੰਦੀਆਂ ਉਹਨਾਂ ਦੇ ਉੱਤੇ ਲਗਾਈਆਂ ਗਈਆਂ ਸੀਗੀਆਂ। ਔਰ ਇਹੀ ਕਾਰਨ ਹੈ ਕਿ ਤੁਸੀਂ ਦੇਖੋਗੇ ਕਿ ਡੇਰੇ ਪ੍ਰੇਮੀਆਂ ਦੇ ਵਿੱਚ ਨਿਰਾਸ਼ਾ ਦਾ ਮਾਹੌਲ ਦੇਖਣ ਨੂੰ ਮਿਲਿਆ ਹੈ। ਔਰ ਦੂਸਰੇ ਪਾਸੇ ਜਦੋਂ ਅਸੀਂ ਇਹਦੀ ਟਾਈਮਿੰਗ ਨੂੰ ਲੈ ਕੇ ਗੱਲ ਕਰਦੇ ਹਾਂ
ਤਾਂ ਟਾਈਮਿੰਗ ਵੀ ਬੜੀ ਖਤਰਨਾਕ ਟਾਈਮਿੰਗ ਜਿਹੜੀ ਹੈਗੀ ਸਰਕਾਰ ਵੱਲੋਂ ਚੁਣੀ ਗਈ, ਯਾਨੀ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਐਨ ਮੌਕੇ ਤੇ, ਐਨ ਸਿਖਰ ਦੇ ਉੱਤੇ ਉਹਨਾਂ ਨੂੰ ਫਰਲੋ ਦਿੱਤੀ ਗਈ ਸੀਗੀ। ਔਰ ਉਸ ਵੇਲੇ ਵੀ ਇਸ ਗੱਲ ਦਾ ਵੱਖ-ਵੱਖ ਪਾਰਟੀਆਂ ਵੱਲੋਂ ਇਹ ਬੁਰਾ ਮਨਾਇਆ ਗਿਆ ਸੀਗਾ ਕਿ ਟਾਈਮਿੰਗ ਤੁਸੀਂ ਜਿਹੜੀ ਹੈਗੀ ਹੈ ਕਿਉਂ ਨਹੀਂ, ਹੋਰ ਕੋਈ ਟਾਈਮਿੰਗ ਕਿਉਂ ਨਹੀਂ ਚੁਣੀ ਗਈ, ਸਿਰਫ ਤੇ ਸਿਰਫ ਚੋਣਾਂ ਦੇ ਦੌਰਾਨ ਜਿਹੜਾ ਹੈਗਾ ਵੋਟਾਂ ਦੀ ਟਾਈਮਿੰਗ ਮਾਹੌਲ ਕਿਉਂ ਕਰ ਚੁਣੀ ਹੈ? ਬਿਲਕੁਲ ਬਿਲਕੁਲ ਹਾਂ। ਇਹ ਇਸ ਵੇਲੇ ਉਸ ਵੇਲੇ ਵੀ ਜਿਹੜਾ ਹੈਗਾ ਇਸ ਟਾਈਮਿੰਗ ਦੇ ਉੱਤੇ ਵੱਡੇ ਸਵਾਲ ਚੁੱਕੇ ਗਏ ਸੀ। ਸੋ ਕਹਿਣ ਦਾ ਮਤਲਬ ਹੈ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਬਹੁਤ ਚੇਤਨ ਹੋਏ ਨੇ ਔਰ ਲੋਕਾਂ ਨੇ ਇਸ ਗੱਲ ਨੂੰ ਬਹੁਤਾ ਜੇ ਤਵੱਜੋ ਨਹੀਂ ਦਿੱਤੀ ਔਰ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਨੇ ਉਹ ਸਿਰੇ ਚੜੀਆਂ। ਸੋ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਜਿਹੜਾ ਸਰਕਾਰ ਖਾਸ ਤੌਰ ਤੇ ਬੀਜੇਪੀ ਨੂੰ ਲੱਗਦਾ ਸੀਗਾ ਕਿ ਡੇਰਾ ਪ੍ਰੇਮੀਆਂ ਦੀ ਵੋਟਾਂ ਉਹਨਾਂ ਨੂੰ ਮਿਲ ਜਾਣਗੀਆਂ ਜਾਂ ਇਹ ਸਾਰਾ ਜਿਹੜਾ ਹੈਗਾ ਛੜਯੰਤਰ ਉਹਨਾਂ ਦੇ ਕੰਮ ਆਏਗਾ, ਪਰ ਬਹੁਤਾ ਉਹ ਕੰਮ ਕਰਦਾ ਨਜ਼ਰ ਨਹੀਂ ਸੀ ਆ ਰਿਹਾ ਉਸ ਵੇਲੇ ਵੀ। ਔਰ ਆਪਾਂ ਕਹਿ ਸਕਦੇ ਹਾਂ ਕਿ ਕੁੱਲ ਮਿਲਾ ਕੇ ਜਿਹੜੀ ਸਰਕਾਰ ਦੀ ਖਾਸ ਤੌਰ ਤੇ ਬੀਜੇਪੀ ਦਾ ਇਹ ਛੜਯੰਤਰ ਜਿਹੜਾ ਸੀਗਾ ਉਹ ਬਹੁਤਾ ਕਾਮਯਾਬ ਨਹੀਂ ਹੋ ਸਕਿਆ। ਪੰਜਾਬ ਦੇ ਲੋਕਾਂ ਨੇ ਖੁੱਲ੍ਹ ਕੇ ਜੋ ਉਹਨਾਂ ਦੇ ਮਨ ਦੇ ਵਿੱਚ ਸੀਗਾ ਉਸ ਤਰ੍ਹਾਂ ਦੀਆਂ ਵੋਟਾਂ ਪਾਈਆਂ ਨੇ ਔਰ ਕਿਸੇ ਕਿਸਮ ਦਾ ਪ੍ਰੈਸ਼ਰ ਜਿਹੜਾ ਸੀਗਾ ਬਹੁਤਾ ਖਾਸ ਤੌਰ ਤੇ ਡੇਰਾ ਜਿਹੜਾ ਸਿਰਸਾ ਦਾ ਜੋ ਬੇਲ ਤੇ ਬਾਹਰ ਆਉਣਾ ਹੈ ਜਾਂ ਫਰਲੋ ਤੇ ਬਾਹਰ ਆਉਣਾ ਹੈ ਉਹਦਾ ਬਹੁਤਾ ਅਸਰ ਪੈਂਦਾ ਦਿਖਾਈ ਨਹੀਂ ਦਿੱਤਾ ਸੁਖਵਿੰਦਰ ਜੀ। ਬਿਲਕੁਲ। ਤਾਂ ਅਗਲੀ ਖਬਰ ਵਾਲੇ ਪਾਸੇ ਵਧੀਏ। ਵਿਕਰਮ ਸਿੰਘ ਮਜੀਠੀਆ ਜਿਹੜੇ ਆ ਉਹ ਪਟਿਆਲਾ ਦੀ ਜੇਲ੍ਹ ਦੇ ਵਿੱਚ ਨੇ ਤੇ ਪਟਿਆਲਾ ਦੀ ਜੇਲ੍ਹ ਦੇ ਵਿੱਚ ਕੱਲ ਕੁਝ ਵੱਡੇ ਆਗੂਆਂ ਦੇ ਵੱਲੋਂ ਮੁਲਾਕਾਤਾਂ ਕੀਤੀਆਂ ਗਈਆਂ। ਕੀ ਕੁਝ ਗੱਲਾਂ ਬਾਤਾਂ ਹੋਈਆਂ ਤੇ ਬਾਹਰ ਆ ਕੇ ਆਗੂ ਇਹ ਕਹਿੰਦੇ ਦਿਖੇ ਕਿ ਕਾਂਗਰਸ ਇਸ ਤਰੀਕੇ ਦੇ ਨਾਲ ਸਾਡੇ ਆਗੂਆਂ ਨੂੰ ਡਰਾ ਧਮਕਾ ਨਹੀਂ ਸਕਦੀ, ਅਸੀਂ ਡਰਨ ਵਾਲੇ ਨਹੀਂ। ਮੁਲਾਕਾਤ ਦੇ ਵਿੱਚ ਗੱਲਬਾਤ ਕੀ ਹੋਈ ਤੇ ਕਿਹੜੇ ਕਿਹੜੇ ਆਗੂ ਮਿਲੇ ਡਾਕਟਰ ਸਾਹਿਬ? ਜੀ ਸੁਖਵਿੰਦਰ ਜੀ ਦੇਖੋ, ਅਕਾਲੀ ਦਲ ਦੇ ਵੱਡੇ ਲੀਡਰ ਜਿਹਦੇ ਵਿੱਚ ਬੀਬੀ ਜਗੀਰ ਕੌਰ ਜੀ ਸ਼ਾਮਲ ਸੀਗੇ, ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਚੀਮਾ ਸਾਹਿਬ ਜਿਹੜੇ ਕਿ ਵੱਡੇ ਲੀਡਰ ਨੇ, ਸਪੋਕਸਮੈਨ ਵੀ ਨੇ ਅਕਾਲੀ ਦਲ ਦੇ ਔਰ ਵਿਧਾਇਕ ਵੀ ਰਹੇ ਨੇ, ਮਿਨਿਸਟਰ ਵੀ ਰਹੇ ਨੇ, ਉਹ ਵੀ ਸ਼ਾਮਲ ਸੀਗੇ। ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਅਕਾਲੀ ਦਲ ਦਾ ਜਿਹੜਾ ਇੱਕ ਵੱਡਾ ਗਰੁੱਪ ਜਿਹੜਾ ਸੀਗਾ ਕੱਲ ਮਿਲਣ ਲਈ ਆਇਆ ਔਰ ਪਟਿਆਲਾ ਜੇਲ੍ਹ ਦੇ ਵਿੱਚ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਕਰੋਨਾ ਦੇ ਕਾਰਨ ਬਹੁਤ ਸਾਰੀਆਂ ਪਾਬੰਦੀਆਂ ਲੱਗੀਆਂ ਹੋਈਆਂ ਸੀਗੀਆਂ, ਪਰ ਸਪੈਸ਼ਲ ਪਰਮਿਸ਼ਨ ਦੇ ਰਾਹੀਂ ਜੋ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਅਦਰਵਾਈਜ਼ ਉਹ ਐਡਾ ਵੱਡਾ ਗਰੁੱਪ ਜਿਹੜਾ ਹੈਗਾ ਉਹ ਮੁਲਾਕਾਤ ਨਹੀਂ ਸੀ ਕਰ ਸਕਦਾ। ਪਰ ਜਿਹੜੀਆਂ ਨੇ ਉੱਪਰਲੀਆਂ ਜਿਹੜੀਆਂ ਆਪਾਂ ਕਹਿ ਸਕਦੇ ਕਿ ਉੱਪਰਲੇ ਅਧਿਕਾਰੀ ਜਿਹੜੇ ਨੇ ਉਹਨਾਂ ਦੀ ਪਰਮਿਸ਼ਨ ਦੇ ਨਾਲ ਹੀ ਮਜੀਠੀਆ ਸਾਹਿਬ ਨਾਲ ਇਹ ਮੁਲਾਕਾਤ ਸੰਭਵ ਹੋ ਪਾਈ ਹੈ ਔਰ ਉਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਸਿਆਸਤ ਨੂੰ ਲੈ ਕੇ ਜਾਂ ਖਾਸ ਤੌਰ ਤੇ ਜਿਹੜੀਆਂ 10 ਤਰੀਕ ਨੂੰ ਰਿਜ਼ਲਟ ਆਉਣਾ ਹੈ ਉਸ ਨੂੰ ਲੈ ਕੇ ਗੱਲਾਂ ਬਾਤਾਂ ਜ਼ਰੂਰ ਹੋਈਆਂ ਨੇ। ਆਪਣੀ ਪਾਰਟੀ ਦੇ ਬਾਰੇ, ਆਪਣੀ ਪਾਰਟੀ ਦੇ ਅਗਲੇ ਜਿਹੜੇ ਪ੍ਰੋਗਰਾਮ ਕਰਨੇ ਆ 10 ਤਰੀਕ ਤੋਂ ਬਾਅਦ, ਕਿਉਂਕਿ 10 ਤਰੀਕ ਨੂੰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਨਿਕਲ ਕੇ ਸਾਹਮਣੇ ਆ ਸਕਦੀਆਂ ਨੇ ਔਰ ਖਾਸ ਤੌਰ ਤੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਵੱਡੇ ਦਿੱਗਜ ਨੇ ਔਰ ਵੱਡੇ ਆਪਾਂ ਬਾਬੇ ਬੋਰਡ ਨੇ, ਉਹਨਾਂ ਦਾ ਫੈਸਲਾ ਜਿਹੜਾ ਇਸ ਵੇਲੇ ਮਸ਼ੀਨਾਂ ਦੇ ਵਿੱਚ ਬੰਦ ਪਿਆ ਉਹ ਖੁੱਲਣਾ ਹੈ ਔਰ ਉਹ ਫੈਸਲਾ ਕਿੱਦਾਂ ਦਾ ਹੋਏਗਾ ਇੱਕ ਬਹੁਤ ਵੱਡੀ ਆਪਾਂ ਕਹਿ ਸਕਦੇ ਹਾਂ ਕਿ ਗੱਲ ਹੋਏਗੀ। ਖਾਸ ਤੌਰ ਤੇ ਮਜੀਠੀਆ ਸਾਹਿਬ ਦੀ ਜਿਹੜੀ ਸਿਆਸਤ ਹੈ ਉਹ ਵੀ ਇੱਕ ਦਾਅ ਤੇ ਲੱਗੀ ਹੋਈ ਹੈ, ਕਿਉਂਕਿ ਤੁਸੀਂ ਦੇਖੋਗੇ ਕਿ ਅੰਮ੍ਰਿਤਸਰ ਪੱਛਮ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਖੜੇ ਨੇ ਮਜੀਠੀਆ ਸਾਹਿਬ ਔਰ ਦੂਸਰੇ ਪਾਸੇ ਬਹੁਤ ਵੱਡੇ ਦਿੱਗਜ ਨਵਜੋਤ ਸਿੰਘ ਸਿੱਧੂ ਕਾਂਗਰਸ ਵੱਲੋਂ ਖੜੇ ਨੇ। ਸੋ ਦੋਨਾਂ ਦਾ ਵੱਡਾ ਮੁਕਾਬਲਾ ਦੇਖਣ ਨੂੰ ਸਾਹਮਣੇ ਆਇਆ ਸੀਗਾ। ਸੋ ਉਹਦਾ ਫੈਸਲਾ ਆਉਣ ਵਾਲੇ 10 ਤਰੀਕ ਨੂੰ ਹੋਣਾ ਹੈ। ਸੋ ਕਹਿਣ ਦਾ ਮਤਲਬ ਹੈ ਕਿ ਅਕਾਲੀ ਦਲ ਇਸ ਵੇਲੇ ਬਿਲਕੁਲ ਸ਼ਸ਼ੋ ਪੰਜ ਦੇ ਵਿੱਚ ਹੈ ਕਿ ਕੀ ਫੈਸਲਾ ਹੋਏਗਾ, ਕੀ ਉਹਦਾ ਰਿਜ਼ਲਟ ਨਿਕਲੇਗਾ 10 ਤਰੀਕ ਨੂੰ, ਅਗਲੀ ਰਣਨੀਤੀ ਕੀ ਹੋਏਗੀ, ਇਸ ਨੂੰ ਲੈ ਕੇ ਕਹਿ ਸਕਦੇ ਹਾਂ ਕਿ ਗੱਲਬਾਤ ਹੋਈ ਹੈ ਔਰ ਉਮੀਦ ਕਰਦੇ ਹਾਂ ਕਿ ਇਹ ਗੱਲਬਾਤ ਦੇ ਕੋਈ ਸਾਰਥਕ ਸਿੱਟੇ ਨਿਕਲਣਗੇ। ਪਰ ਕਿਉਂਕਿ ਜੋ ਮਜੀਠੀਆ ਸਾਹਿਬ ਦੇ ਉੱਤੇ ਧਾਰਾਵਾਂ ਲਾਈਆਂ ਗਈਆਂ ਨੇ ਉਹ ਧਾਰਾਵਾਂ ਬੜੀਆਂ ਖਤਰਨਾਕ ਨੇ, ਉਹਨਾਂ ਧਾਰਾਵਾਂ ਦੇ ਰਾਹੀਂ ਉਹਨਾਂ ਨੂੰ ਅਗਲੀ ਜ਼ਮਾਨਤ ਮਿਲਣੀ ਹੈ ਜਾਂ ਨਹੀਂ ਮਿਲਣੀ, ਇਹਦੇ ਉੱਤੇ ਹੁਣ ਸਮਾਂ ਦੱਸੇਗਾ, ਇਹਦੇ ਉੱਤੇ ਅਦਾਲਤਾਂ ਹੀ ਫੈਸਲਾ ਕਰਨਗੀਆਂ। ਪਰ ਜੋ ਧਾਰਾਵਾਂ ਫਿਲਹਾਲ ਇਸ ਕੇਸ ਦੇ ਵਿੱਚ ਨਜ਼ਰ ਆ ਰਹੀਆਂ ਨੇ ਉਹਦੇ ਵਿੱਚੋਂ ਬਾਹਰ ਨਿਕਲਣਾ ਬਹੁਤ ਔਖਾ ਹੈ ਮਜੀਠੀਆ ਸਾਹਿਬ ਦੇ ਲਈ। ਸੋ ਕਹਿਣ ਦਾ ਮਤਲਬ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਨੂੰ ਏਦਾਂ ਹੀ ਜੇਲ੍ਹ ਦੇ ਵਿੱਚ ਗੁਜ਼ਾਰਨੇ ਪੈ ਸਕਦੇ ਆ ਕੁਝ ਦਿਨ ਹੋਰ। ਸੋ ਇਸ ਕਰਕੇ ਇੰਤਜ਼ਾਰ ਕਰਨੀ ਬਣਦੀ ਹੈ ਸੁਖਿੰਦਰ ਜੀ। ਬਿਲਕੁਲ। ਤਾਂ ਡਾਕਟਰ ਸਾਹਿਬ ਦੂਜੇ ਪਾਸੇ ਜੇ ਆਪਾਂ ਗੱਲਬਾਤ ਕਰੀਏ ਤਾਂ ਰਾਜ ਸਭਾ ਮੈਂਬਰਾਂ ਦੀ ਜਿਹੜੀ ਸੀਮਾ ਤੈਅ ਸੀਮਾ ਹੁੰਦੀ ਆ ਉਹ ਖਤਮ ਹੋਣ ਵਾਲੀ ਹੈ ਸਮੇਂ ਦੀ।
ਕੁਝ ਦੀ ਅਪ੍ਰੈਲ ਦੇ ਵਿੱਚ ਖਤਮ ਹੋ ਜਾਣੀ ਹੈ ਤੇ ਕੁਝ ਦੀ ਜੁਲਾਈ ਦੇ ਵਿੱਚ। ਕਿਵੇਂ ਦੇਖਦੇ ਹੋ ਕਿ ਹੋੜ ਲੱਗ ਚੁੱਕੀ ਹੈ ਫਿਰ ਤੋਂ ਕਿ ਕਿਹੜੀ ਪਾਰਟੀ ਦੇ ਕਿੰਨੇ ਹਿੱਸੇ ਜਾਂਦੇ ਨੇ ਮੈਂਬਰ? ਕੀ ਲੱਗਦਾ ਹੈ ਕਿ ਕਿਹੜੀ ਪਾਰਟੀ ਜ਼ਿਆਦਾ ਮੈਂਬਰ ਲੈ ਕੇ ਜਾਊਗੀ, ਜਾਂ ਆਮ ਆਦਮੀ ਪਾਰਟੀ ਦਾ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਖਾਤਾ ਖੁੱਲੂਗਾ? ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ? ਜੀ ਸੁਖਵਿੰਦਰ ਜੀ, ਕਿਉਂਕਿ ਜੋ ਰਾਜ ਸਭਾ ਦੀ ਸੀਟ ਹੁੰਦੀ ਆ ਉਹ 6 ਸਾਲਾਂ ਦੇ ਲਈ ਹੁੰਦੀ ਹੈ। ਅਦਰਵਾਈਜ਼ ਲੋਕ ਸਭਾ ਦੀ 5 ਸਾਲ ਦੇ ਲਈ ਹੁੰਦੀ ਹੈ, ਔਰ ਰਾਜ ਸਭਾ ਇੱਕ ਐਸੀ ਸੀਟ ਹੈ ਜਿਹਦੇ ਵਿੱਚ 6 ਸਾਲ ਲਈ ਤੁਸੀਂ ਆਪਣੇ ਉਮੀਦਵਾਰ ਨੂੰ ਚੁਣਦੇ ਹੋ। ਸੋ ਇਸ ਕਰਕੇ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ 117 ਸੀਟਾਂ ਨੇ, 117 ਸੀਟਾਂ ਹੋਣ ਕਰਕੇ ਲਗਭਗ 6 ਸੀਟਾਂ ਜਿਹੜੀਆਂ ਨੇ ਰਾਜ ਸਭਾ ਦੀਆਂ ਪੰਜਾਬ ਦੇ ਵਿੱਚ ਨੇ। ਔਰ ਪੰਜਾਬ ਦੇ ਵਿੱਚ ਜੇ ਆਪਾਂ ਪਿਛਲੀ ਵਾਰੀ ਦੇਖੀਏ ਕਿ 3 ਸੱਤ ਨੇ ਪੰਜਾਬ ਕਾਂਗਰਸ, ਦੇ 3 ਹੀ 7 ਨੇ, ਔਰ 3 ਜਿਹੜੀਆਂ ਨੇ ਉਹ ਕਾਂਗਰਸ ਦੀਆਂ, 3 ਹੀ ਅਕਾਲੀ ਦਲ ਦੀਆਂ, ਇੱਕ ਬੀਜੇਪੀ ਨੂੰ ਸੀਟ ਜਿਹੜੀ ਹੈਗੀ ਮਿਲੀ ਸੀਗੀ ਪਿਛਲੇ ਵਾਰੀ। ਸੋ ਹੁਣ ਜੇਕਰ ਆਪਾਂ ਕਹਿ ਸਕਦੇ ਹਾਂ ਕਿ 17 ਸੀਟਾਂ ਦੇ ਜੇ ਜਿੱਤਦੀ ਆ ਕੋਈ ਵੀ ਪਾਰਟੀ ਤਾਂ ਇੱਕ ਉਮੀਦਵਾਰ ਉਹਦਾ ਬਣਦਾ ਹੈ। ਸੋ ਇਸ ਕਰਕੇ ਆਪਾਂ ਜੇਕਰ ਆਮ ਆਦਮੀ ਪਾਰਟੀ, ਜਿਵੇਂ ਤੁਸੀਂ ਪੁੱਛਿਆ ਹੈ ਕਿ ਜੇਕਰ ਉਹ ਚੰਗੀਆਂ ਸੀਟਾਂ ਲੈ ਕੇ ਜਾਂਦੀ ਹੈ ਤਾਂ ਲਾਜ਼ਮੀ ਤੌਰ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੀ ਖਾਤਾ, ਇੱਕ ਚੰਗਾ ਖਾਤਾ ਜਿਹੜਾ ਹੈਗਾ ਵਧੀਆ, ਆਪਾਂ ਕਹਿ ਸਕਦੇ ਹਾਂ ਕਿ ਜੇਕਰ ਖੁੱਲਦਾ ਹੈ ਤਾਂ ਉਹਦੇ ਵਿੱਚ ਰਾਜ ਸਭਾ ਦੇ ਵੀ ਮੈਂਬਰ ਪੰਜਾਬ ਦੇ ਵਿੱਚੋਂ ਬਣ ਸਕਦੇ ਨੇ ਆਮ ਆਦਮੀ ਪਾਰਟੀ ਦੇ। ਸੋ ਉਮੀਦ ਕਰਨੀ ਬਣਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ 10 ਤਰੀਕ ਨੂੰ ਜਦੋਂ ਰਿਜ਼ਲਟ ਆਏਗਾ ਤਾਂ ਉਹਦੇ ਵਿੱਚੋਂ ਕਿੰਨਾ ਹਿੱਸਾ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੂੰ ਜਾਂਦਾ ਹੈ, ਕਿੰਨਾ ਅਕਾਲੀ ਦਲ ਨੂੰ, ਕਾਂਗਰਸ ਨੂੰ ਜਾਂ ਬੀਜੇਪੀ ਨੂੰ ਜਾਂਦਾ ਹੈ, ਇਹ ਉਹਦੇ ਉੱਤੇ ਮੁਨਸਰ ਕਰੇਗਾ, ਉਹਦੇ ਉੱਤੇ ਨਿਰਭਰ ਕਰੇਗਾ। ਔਰ ਉਹਦੇ ਰਾਹੀਂ ਹੀ ਜਿਹੜੀਆਂ ਨੇ ਅਗਲੀਆਂ ਚੋਣਾਂ, ਖਾਸ ਤੌਰ ਤੇ ਜਿਵੇਂ ਤੁਸੀਂ ਕਿਹਾ ਹੈ ਕਿ ਰਾਜ ਸਭਾ ਦੀਆਂ ਜਿਹੜੀ ਚੋਣ ਹੁੰਦੀ ਹੈ ਉਹ MLA ਦੇ ਰਾਹੀਂ ਹੁੰਦੀ ਹੈ। ਔਰ ਜੇਕਰ ਜਿੰਨੇ MLA ਵੱਧ ਜਿੱਤਣਗੇ ਕਿਸੇ ਵੀ ਪਾਰਟੀ ਦੇ, ਉਸੇ ਦੇ ਹਿਸਾਬ ਦੇ ਨਾਲ ਅਗਲੇ ਜਿਹੜੇ ਨੇ ਰਾਜ ਸਭਾ ਦੇ ਮੈਂਬਰ ਬਣਾਏ ਜਾਣੇ ਨੇ ਪੰਜਾਬ ਦੇ ਵਿੱਚੋਂ। ਸੁਖਿੰਦਰ ਜੀ ਬਿਲਕੁਲ। ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਤਾਂ ਇਹ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।